ਕਿ ਇੰਡੀਆ ਦੇ ਵਿੱਚ ਮੇਕ ਇਨ ਇੰਡੀਆ ਤੁਸੀਂ ਇੱਕ ਪ੍ਰੋਜੈਕਟ ਚਲਾਇਆ, ਉਹਦੇ ਚ ਇੰਨੇ ਰੁਪਏ ਖਰਚ ਕਰ ਦਿੱਤੇ। ਦੱਸੋ ਇੱਕ ਸੂਈ ਵੀ ਬਣਾਉਂਦਾ ਵਾ ਮੇਕ ਇਨ ਇੰਡੀਆ? ਸਾਡੇ ਇੱਥੇ ਸ਼ਹਾਦਤਾਂ ਦਾ ਜਾਮ ਪੀਣ ਵਾਲਿਆਂ ਦੀ ਘਾਟ ਨਹੀਂ ਆ, ਇੱਥੇ ਜ਼ਰਰੇ ਜ਼ਰਰੇ ਦੇ ਵਿੱਚ ਦੇਸ਼ ਭਗਤੀ ਵਿਛੀ ਹੋਈ ਆ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰਪਿਆਰਿਓ, ਚਾਈਨਾ ਨੇ ਭਾਰਤ ਤੇ ਹਮਲਾ ਕੀਤਾ, 20 ਨੌਜਵਾਨ ਭਾਰਤ ਦੇ ਸ਼ਹੀਦ ਹੋ ਗਏ। ਪਰ ਕੀ ਚਾਈਨਾ ਮੇਡ ਸਮਾਨ ਤੋੜਨ ਦੇ ਨਾਲ ਆਪਣਾ ਗੁੱਸਾ ਚਾਈਨਾ ਮੇਡ ਸਮਾਨ ਤੇ ਕੱਢਣ ਨਾਲ ਅਸੀਂ ਚੀਨ ਨਾਲ ਬਦਲਾ ਲੈ ਲਵਾਂਗੇ, ਜਾਂ ਇਸ ਨੂੰ ਤੁਸੀਂ ਇੱਕ ਵੱਡੀ ਮੂਰਖਤਾ ਆਖੋਗੇ? ਕਿਉਂਕਿ ਜੋ ਵੀ ਚੀਨ ਦਾ ਸਮਾਨ ਤੁਸੀਂ ਖਰੀਦਿਆ ਹੈ ਉਹ ਕਿਸੇ ਹਰਾਮ ਦੀ ਕਮਾਈ ਦਾ ਤਾਂ ਨਹੀਂ ਹੈ, ਉਹ ਸਾਡੀ ਆਪਣੀ ਹੱਕ ਹਲਾਲ ਦੀ ਕਮਾਈ ਦਾ ਖਰੀਦਿਆ ਹੈ। ਤੇ ਜੇਕਰ ਬਾਈਕਾਟ ਕਰਨਾ ਹੀ ਹੈ ਚੀਨ ਦੇ ਸਮਾਨ ਦਾ ਤਾਂ ਪੂਰਨ ਤੌਰ ਤੇ ਇਹ ਕੀਤਾ ਜਾਣਾ ਚਾਹੀਦਾ ਹੈ। ਤੇ ਉਸ ਵਾਸਤੇ ਸਾਡੇ ਭਾਰਤ ਦੀਆਂ ਸਰਕਾਰਾਂ ਨੂੰ ਚਾਹੀਦਾ ਹੈ ਜੋ ਆਏ ਦਿਨ ਰਾਗ ਅਲਾਪਦੀਆਂ ਸਨ ਮੇਕ ਇਨ ਇੰਡੀਆ ਦੇ। ਪਰ ਕੀ ਮੇਕ ਇਨ ਇੰਡੀਆ ਵਿੱਚ ਅੱਜ ਤੱਕ ਇੱਕ ਇਹਨਾਂ ਨੇ ਦੀਵਾਲੀ ਤੇ ਲੱਗਣ ਵਾਲੀ ਇਲੈਕਟ੍ਰੋਨਿਕ ਲੜੀ ਤੱਕ ਤਿਆਰ ਕੀਤੀ ਹੈ? ਕਿਉਂਕਿ ਕਰੋੜਾਂ ਅਰਬਾਂ ਦਾ ਬਿਜ਼ਨਸ ਹਰ ਵਾਰ ਅਸੀਂ ਚਾਈਨਾ ਨੂੰ ਦਿੰਦੇ ਹਾਂ ਤੇ ਆਪ ਭਾਰਤ ਦੀਆਂ ਸਰਕਾਰਾਂ ਚਾਈਨਾ ਨੂੰ ਅਰਬਾਂ ਦੇ ਕੰਟਰੈਕਟ ਦਿੰਦੀਆਂ ਨੇ ਤੇ ਤੋਹਫੇ ਵਿੱਚ ਨੌਜਵਾਨਾਂ ਦੀਆਂ ਸ਼ਹਾਦਤਾਂ ਲੈਂਦੀਆਂ ਨੇ। ਆਖਿਰ ਸਾਡੀਆਂ ਸਰਕਾਰਾਂ ਆਪਣੀ ਵਿਦੇਸ਼ ਨੀਤੀ ਵੱਲ ਧਿਆਨ ਕਿਉਂ ਨਹੀਂ ਮਾਰਦੀਆਂ? ਆਖਿਰ ਉਸ ਦੇ ਵਿੱਚ ਸੋਧ ਕਿਉਂ ਨਹੀਂ ਕਰਦੀਆਂ? ਆਖਿਰ ਕਿਉਂ ਮਾਵਾਂ ਦੇ ਬੇਕਸੂਰੇ ਪੁੱਤ ਇਹ ਮਰਵਾ ਰਹੀਆਂ ਨੇ? ਆਪਣੇ ਵਿਚਾਰ ਇਸੇ ਉੱਤੇ ਸਾਂਝੇ ਕਰ ਰਹੇ ਨੇ ਤੁਹਾਡੇ ਨਾਲ ਵੀਰ ਦਵਿੰਦਰ ਸਿੰਘ। ਸਤਿ ਸ੍ਰੀ ਅਕਾਲ ਜੀ, ਰਾਮ ਰਾਮ, ਅਸਲਾਮ ਵਾਲੇਕੁਮ ਤੇ ਗੁੱਡ ਈਵਨਿੰਗ ਦੋਸਤੋ। ਮੈਂ ਵੀਰ ਦਵਿੰਦਰ ਲਾਈਵ। ਕਿਆ ਚਾਈਨਾ ਦਾ ਸਮਾਨ ਸੁੱਟਣ ਨੂੰ ਕਹਿੰਦੇ ਨੇ ਕੀ ਹੈ ਲੋਕ ਬੂਝਣ ਨੇ? ਦੋਸਤੋ ਮੈਂ ਤਾਂ ਇੱਕ ਗੱਲ ਕਹੂੰਗਾ ਕਿ ਹਾਂ, ਇਹ ਲੋਕ ਮੂਰਖ ਨੇ, ਇਹ ਲੋਕ ਕਮਲੇ ਨੇ। ਮੈਂ ਇਹਨਾਂ ਲੋਕਾਂ ਨੂੰ ਮੂਰਖ ਹੀ ਕਹਾਂਗਾ। ਹਰਪ੍ਰੀਤ ਸਿੰਘ ਸਿੱਧੂ ਜੀ, ਸਤਿ ਸ੍ਰੀ ਅਕਾਲ ਜੀ। ਸਭ ਤੋਂ ਪਹਿਲਾਂ ਤਾਂ ਮੇਰੇ ਦੇਸ਼ ਵਾਸਤੇ ਸ਼ਹੀਦ ਹੋਏ ਮੇਰੇ ਦੇਸ਼ ਦੇ ਲਾਲ, ਉਹਨਾਂ ਸਾਰਿਆਂ ਦੀ ਸ਼ਹਾਦਤ ਨੂੰ ਕੋਟੀ ਕੋਟ ਪ੍ਰਣਾਮ, ਜਿਨ੍ਹਾਂ ਨੇ ਦੇਸ਼ ਦੀਆਂ ਸਰਹੱਦਾਂ ਦੀ ਰਾਖੀ ਲਈ ਆਪਣਾ ਆਪ ਵਾਰ ਦਿੱਤਾ। ਉਹਦੇ ਤੋਂ ਬਾਅਦ ਇੱਕ ਲਹਿਰ ਚੱਲ ਪਈ ਜਿਹੜੀ ਹੁਣ ਚੱਲੀ ਆ। ਪਹਿਲਾਂ ਡੋਕਲਾਮ ਜਦੋਂ ਮੁੱਦਾ ਚੱਲਿਆ ਸੀ ਉਦੋਂ ਵੀ ਮੀਡੀਆ ਤੇ ਬੜਾ ਚੱਲਿਆ ਸੀ, ਇੱਥੇ ਇਹਨੇ ਚਾਈਨਾ ਦੀਆਂ LCDਆਂ ਸੁੱਟ ਕੇ ਸਾੜ ਦਿੱਤੀਆਂ, ਇੱਥੇ ਲੜੀਆਂ ਸਾੜ ਦਿੱਤੀਆਂ, ਇੱਥੇ ਆਹ ਕਰ ਦਿੱਤਾ, ਉੱਥੇ ਉਹ ਕਰ ਦਿੱਤਾ। ਮੇਰਾ ਵੀ ਜੀ ਕਰਦਾ ਮੈਂ ਜਾਵਾਂ ਹਾਲ ਬਾਜ਼ਾਰ, ਉੱਥੇ 1000 1200 ਰੁਪਏ ਦੀਆਂ ਕੰਡਮ ਹੋਈਆਂ ਪਈਆਂ LEDਆਂ ਜਿਹੜੀਆਂ, ਉਹਨਾਂ ਨੂੰ ਮੈਂ ਲਿਆਵਾਂ ਤੇ ਮੈਂ ਸੁੱਟਾਂ ਲਿਆ ਕੇ ਲੋਕਾਂ ਦੇ ਸਾਹਮਣੇ, ਕਿਸੇ ਤੇ ਸੋਨੀ ਲਿਖਿਆ ਹੋਵੇ, ਕਿਸੇ ਤੇ ਪੈਨਾਸੋਨਿਕ, ਕਿਸੇ ਤੇ ਤੋਸ਼ੀਬਾ, ਕਿਸੇ ਤੇ ਕੁਛ ਲਿਖਿਆ ਹੋਵੇ, ਤੇ ਮੈਂ ਆਪਣੇ ਆਪ ਨੂੰ ਸਾਬਤ ਕਰਾਂ ਕਿ ਮੈਂ ਬੜਾ ਤਗੜਾ ਦੇਸ਼ ਭਗਤ ਹਾਂ। ਮੇਰੇ ਤੋਂ ਵੱਧ ਭਗਤੀ ਦੇਸ਼ ਦੀ ਕੋਈ ਕਰ ਹੀ ਨਹੀਂ ਸਕਦਾ। ਪਰ ਇਹ ਸਾਰੇ ਜਿਹੜੇ ਕੰਮ ਹੁੰਦੇ ਨਾ, ਹਾਥੀ ਦੇ ਦੰਦ ਖਾਣ ਦੇ ਹੋਰ ਤੇ ਵਿਖਾਉਣ ਦੇ ਹੋਰ, ਇਹਨਾਂ ਗੱਲਾਂ ਦੇ ਵਿੱਚ ਅੰਤਰ ਬਹੁਤ ਜ਼ਿਆਦਾ ਵਾ। ਜੇ ਆਪਣੀ ਚਾਈਨਾ ਦੇ ਨਾਲ ਲੱਗਦੀ ਆ ਤੇ ਆਪਾਂ ਬੜੀ ਦੇਰ ਤੋਂ ਉਹਨਾਂ ਦੇ ਨਾਲ ਜੂਝਦੇ ਤੁਰੇ ਆਉਣ ਡਏ, ਤਾਂ ਦੋਸਤੋ ਜਿੰਨੀ ਕੁ ਆਬਾਦੀ ਚਾਈਨਾ ਦੀ ਆ, ਉਹਦੇ ਕੋਲ ਜਗ੍ਹਾ ਸਾਡੇ ਤੋਂ 2.5-3 ਗੁਣਾ ਵੱਧ ਆ। ਉਹਨੀ ਕੀ ਆਬਾਦੀ ਅਸੀਂ ਉਹਦੇ ਨਾਲੋਂ ਤੀਸਰਾ ਹਿੱਸਾ ਜਿਹੜਾ ਪਲਾਟ ਆ ਉਹਦੇ ਵਿੱਚ ਆਪਣੇ ਦੇਸ਼ ਦੇ ਵਿੱਚ ਬਣਾਈ ਫਿਰਦੇ ਆ। ਅਸੀਂ ਵੀ 137-38 ਕਰੋੜ ਤੇ ਨਿਕਲ ਗਏ ਆ। ਅਪਾਰ ਸਿੰਘ ਰੰਧਾਵਾ, ਸੁੱਖਾ ਰਾਏ ਸੋਨਾ ਸਾਹਿਬ, ਗੁਰਪ੍ਰੀਤ ਸਿੰਘ ਅਟਵਾਲ, ਮੀਕਾ ਪੂਨੀ ਬਾਈ ਜੀ, ਸਤਿ ਸ੍ਰੀ ਅਕਾਲ ਜੀ। ਅਸੀਂ ਵੀ ਉਹਨਾਂ ਕੁ ਨਾ ਸਾਂਭੀ ਫਿਰਦੇ ਆ, ਆਬਾਦੀ ਸਾਡੀ ਵੀ ਓਨੀ ਆ। ਬੇਸ਼ੱਕ ਸਾਡੀ ਜਗ੍ਹਾ ਉਹਨਾਂ ਨਾਲੋਂ ਅੱਧੀ ਵੀ ਨਹੀਂ, ਪਰ ਸਾਡੀ ਆਬਾਦੀ ਉਹਨਾਂ ਨਾਲੋਂ ਵੱਧ ਰਹੀ ਹੈ ਇਸ ਵੇਲੇ। ਤੇ ਉਹਦੇ ਵਿੱਚ ਸਭ ਤੋਂ ਵੱਡੀ ਗੱਲ ਕਿ ਪ੍ਰਧਾਨ ਮੰਤਰੀ ਸਾਹਿਬ ਨੇ ਮੇਕ ਇਨ ਇੰਡੀਆ ਸ਼ੁਰੂ ਕੀਤਾ। ਮੇਕ ਇਨ ਇੰਡੀਆ ਸ਼ੁਰੂ ਕੀਤਾ ਤੇ ਉਹਦੇ ਵਿੱਚ ਇਹੋ ਜਿਹਾ ਕਿਹੜਾ ਕੰਮ ਕਰ ਦਿੱਤਾ, ਇਹੋ ਜਿਹੇ ਕਿਹੜੇ ਕਾਰ ਕਰ ਦਿੱਤੇ ਜਿਹੜੇ ਲੋਕਾਂ ਦੇ ਰੋਜ਼ਗਾਰ ਚੱਲ ਪਏ। ਮੇਕ ਇਨ ਇੰਡੀਆ ਦੇ ਵਿੱਚ ਇਹਨਾਂ ਕੋਲ ਪੁੱਛੋ ਤੁਸੀਂ, ਇੱਕ ਸੂਈ ਤੱਕ ਵੀ ਬਣਾਈ ਆ। ਲੋਕਾਂ ਦੀਆਂ ਜ਼ਰੂਰਤਾਂ ਦਾ ਸਮਾਨ ਜਦੋਂ ਬਾਜ਼ਾਰੋਂ ਸਸਤਾ ਮਿਲਦਾ ਨਾ, ਲੋਕ ਭੱਜ ਕੇ ਲੈਣ ਜਾਂਦੇ ਆ। ਕਿਉਂਕਿ ਦੋਸਤੋ ਆ ਪੇਟ ਹਰ ਇੱਕ ਨੂੰ ਲੱਗਾ ਤੇ ਪੇਟ ਦੀ ਅੱਗ ਜਿਹੜੀ ਆ ਨਾ, ਇਹ ਬੁਝਦੀ ਨਹੀਂ ਕਦੀ ਵੀ। ਸਵੇਰੇ ਖਾਧੀ ਤੇ ਰਾਤ ਨੂੰ ਫਿਰ ਢਿੱਡ ਕਹਿੰਦਾ ਵੀ ਲਿਆ। ਰਾਤ ਲੰਘਦੀ ਆ, ਸਵੇਰੇ ਭੋਰਾ ਕੰਮ ਕਰ ਲਈਏ, ਫਿਰ ਢਿੱਡ ਕਹਿੰਦਾ ਪਾਣੀ ਪੀ ਤੇ ਹੁਣ ਪ੍ਰਸ਼ੂਦਾ ਛਕ ਲਈਏ। ਚੰਦਰ ਮੋਹਨ ਜਸਰਾਵ ਜੀ, ਸਤਿ ਸ੍ਰੀ ਅਕਾਲ ਜੀ। ਇਹ ਕਿਹੜੇ ਲੋਕ ਆ ਜਿਹੜੇ ਕਹਿੰਦੇ ਆ ਕਿ ਚਾਈਨਾ ਦਾ ਸਮਾਨ ਸੁੱਟਣ ਨੂੰ ਜਿਹੜੇ ਕਹਿੰਦੇ ਆ? ਕੀ ਆ ਸਾਰੇ ਲੋਕ ਬੂਝਣ ਨੇ? ਕੀ ਆ ਬੇਅਕਲ ਬੇਵਕੂਫ ਲੋਕ ਨੇ? ਕਿ ਜਾਂ ਫਿਰ ਵਿਦੇਸ਼ ਨੀਤੀ ਤੋਂ ਜਾਣੂ ਨਹੀਂ ਆ, ਇੰਪੋਰਟ ਐਕਸਪੋਰਟ ਦੇ ਬਿਜ਼ਨਸ ਤੋਂ ਜਾਣੂ ਨਹੀਂ ਆ? ਭਾਈ ਜੀ ਪਟੇਲ ਸਾਹਿਬ ਦੀ ਮੂਰਤੀ ਬਣੀ ਸੀ, 3000 ਕਰੋੜ ਰੁਪਈਆ ਉਹਦੇ ਉੱਤੇ ਲੱਗਾ ਤੇ ਉਹ ਚਾਈਨਾ ਨੇ ਆਣ ਕੇ ਬਣਾਈ ਸੀ। ਬੜਾ ਵੱਡਾ ਕੰਟਰੈਕਟ ਸੀ, 3000 ਕਰੋੜ ਰੁਪਈਆ। 10 ਬੰਦੇ ਲੱਗੇ ਹੋਣ ਤਾਂ ਉਹਨਾਂ ਦਾ ਥੁੱਕ ਸੁੱਕ ਜਾਂਦਾ ਵਾ। 2-2000 ਦੇ ਨੋਟ ਵੀ ਲੱਗੇ ਹੋਣ ਤਾਂ ਦਿਹਾੜੀ ਪੂਰੀ ਗਿਣ ਨਹੀਂ ਸਕਦਾ ਬੰਦਾ।
ਉਹ ਕੰਟੈਕਟ ਲਿਆ ਕੇ ਇਹਨਾਂ ਨੇ ਚਾਈਨਾ ਨੂੰ ਫੜਾਇਆ। ਉਹਦੇ ਤੋਂ ਬਾਅਦ ਇੱਕ 1100 ਕੇ ਪਤਾ ਨਹੀਂ 11,000 ਕਰੋੜ ਰੁਪਏ ਦਾ ਪ੍ਰੋਜੈਕਟ ਹੈ, ਰੇਲਵੇ ਪ੍ਰੋਜੈਕਟ ਆ, ਉਹ ਵੀ ਇਹਨਾਂ ਵਾਸਤੇ ਦਿੱਤਾ ਵਾ। ਜਿੱਥੇ ਆਪਣੇ ਫੌਜੀ ਬੈਠੇ ਹੋਏ ਨੇ ਸਰਹੱਦਾਂ ਦੀ ਰਾਖੀ ਵਾਸਤੇ, ਪਹਿਲਾਂ ਫੌਜੀਆਂ ਬਾਰੇ ਇਹ ਤਾਂ ਪਤਾ ਕਰ ਲਓ ਕਿ ਉਹਨਾਂ ਨੂੰ ਉੱਥੇ ਚੜ੍ਹਨ ਤੇ ਕਿੰਨੇ ਦਿਨ ਲੱਗਦੇ, ਉਤਰਨ ਤੇ ਕਿੰਨੇ ਦਿਨ ਲੱਗਦੇ। ਉਹਨਾਂ ਕੋਲ ਉੱਥੇ ਸਮਾਨ ਜਿਹੜਾ ਜਾਂਦਾ ਵਾ ਪੈਦਲ ਜਾਂਦਾ ਵਾ ਜਾਂ 에ਅਰ ਲਿਫਟ ਹੋ ਕੇ ਜਾਂਦਾ ਵਾ। ਤਰਸੇਮ ਸਿੰਘ, ਸਿਮਰਨਜੋਤ ਸਿੰਘ, PMKC, ਹਰਜਿੰਦਰ ਧਾਲੀਵਾਲ ਜੀ ਸਤਿ ਸ੍ਰੀ ਅਕਾਲ ਜੀ, ਇਕਬਾਲ ਸਿੰਘ ਖਾਲਸਾ ਭਾਜੀ ਸਤਿ ਸ੍ਰੀ ਅਕਾਲ। ਆਪਣੇ ਦੇਸ਼ ਦੇ ਵਿੱਚ ਜੇ ਆਪਾਂ ਕੌੜੀਆਂ ਗੱਲਾਂ ਕਰਾਂਗੇ ਨਾ ਤੇ ਭਾਜਪਾ ਦੀ ਜਿਹੜੀ ਟੀਮ ਆ ਜਿਹੜੇ ਇਹਨਾਂ ਦੇ ਚੰਡੇ ਹੋਏ ਨੇ ਸੋਸ਼ਲ ਮੀਡੀਆ ਐਕਟਿਵਿਸਟ, ਉਹ ਸਾਨੂੰ ਕਹਿਣਗੇ ਗੱਦਾਰ, ਤੈਨੂੰ ਪਾਕਿਸਤਾਨ ਭੇਜ ਦਈਏ, ਤੈਨੂੰ ਉੱਥੇ ਭੇਜ ਦਈਏ। ਬਿਹਾਰ ਦੇ ਵੀਰ ਵੀ ਸ਼ਾਮਲ ਸੀ, ਹਿਮਾਚਲ ਤੋਂ ਵੀ ਇੱਕ ਵੀਰ ਸੀਗਾ, ਪੰਜਾਬ ਦੇ ਵੀ 4 ਵੀਰ ਸੀਗੇ ਜਿਹੜੇ ਸ਼ਹੀਦ ਹੋਏ ਨੇ। ਪਹਿਲਾਂ ਇਹਨਾਂ 20 ਦੱਸਿਆ, ਹੁਣ ਗਿਣਤੀ 23 ਤੱਕ ਚਲੀ ਗਈ ਆ ਤੇ ਗਿਣਤੀ ਐਕਚੁਅਲ ਕਿੰਨੀ ਆ ਹਾਲੇ ਤਾਂ ਹੌਲੀ ਹੌਲੀ ਬਾਹਰ ਕੱਢਣਗੇ ਤਾਂ ਕਿ ਸਾਰਾ ਗੁੱਸਾ ਇੱਕੋ ਦਮ ਬਾਹਰ ਨਾ ਆਵੇ। ਗੱਲ ਕੀ ਹੈ ਇੱਥੇ, ਸੱਚ ਨੂੰ ਫਾਂਸੀ ਆ। ਕੋਈ ਵੀ ਬੰਦਾ ਗੱਲ ਕਰਨ ਲੱਗੇ ਤਾਂ ਉਹਦਾ ਗਲਾ ਵੱਢਣ ਤੱਕ ਜਾਂਦੇ ਨੇ ਇਹ ਲੋਕ। ਸੋਸ਼ਲ ਮੀਡੀਆ ਤੇ ਇੱਕ ਪੰਜਾਬ ਦੀ ਲੜਕੀ ਸੀਗੀ, ਉਹਨੇ ਕੋਈ ਗੱਲ ਕੀਤੀ ਸੀਗੀ ਤੇ ਉਹਦੇ ਤੇ ਬਲਾਤਕਾਰ ਤੱਕ ਦੀਆਂ ਧਮਕੀਆਂ ਆ ਗਈਆਂ ਸੀ। ਇਹ ਭਾਜਪਾ IT ਸੈੱਲ ਵਾਲੇ ਜਿਹੜੇ ਕਰਵਾਉਂਦੇ ਨੇ। ਹੁਣ ਚਾਈਨਾ ਦੀਆਂ LEDਆਂ ਆਪਾਂ ਬਾਜ਼ਾਰੋਂ ਸੜੀਆਂ ਹੋਈਆਂ ਚੁੱਕ ਕੇ ਲਿਆ ਕੇ ਸੜਕਾਂ ਦੇ ਉੱਤੇ ਮਾਰੀਏ, ਉਹਦੇ ਨਾਲ ਸਵਾਦ ਨਹੀਂ ਆਉਂਦਾ ਸੱਜਣੋ। ਸਵਾਦ ਤਾਂ ਆਉਂਦਾ ਤੁਸੀਂ ਪ੍ਰਦਰਸ਼ਨ ਕਰਦੇ ਪਏ ਜੇ, ਆਪਣੀ ਸਰਕਾਰ ਦੇ ਵਿਰੁੱਧ ਪ੍ਰਦਰਸ਼ਨ ਕਰੋ। ਚੁੱਕੋ ਭਾਜਪਾ ਦਾ ਝੰਡਾ, ਭਾਜਪਾ ਦਾ ਝੰਡਾ ਚੁੱਕੋ, ਨਾਲ LEDਆਂ ਫੜੋ, ਨਾਲ ਬਾਕੀ ਦੇ ਪ੍ਰੋਜੈਕਟ ਵੀ ਫੜੋ ਜਿਹੜੇ ਬਾਹਰੋਂ ਆਉਂਦੇ ਪਏ ਆ। ਇਹਨਾਂ ਨੂੰ ਸਵਾਲ ਕਰੋ ਕਿ ਇੰਡੀਆ ਦੇ ਵਿੱਚ ਮੇਕ ਇਨ ਇੰਡੀਆ ਤੁਸੀਂ ਇੱਕ ਪ੍ਰੋਜੈਕਟ ਚਲਾਇਆ, ਉਹਦੇ 'ਚ ਇੰਨੇ ਰੁਪਈਏ ਖਰਚ ਕਰ ਦਿੱਤੇ, ਦੱਸੋ ਇੱਕ ਸੂਈ ਵੀ ਬਣਾਉਂਦਾ ਵਾ ਮੇਕ ਇਨ ਇੰਡੀਆ? ਸਾਡੇ ਇੱਥੇ ਸ਼ਹਾਦਤਾਂ ਦਾ ਜਾਮ ਪੀਣ ਵਾਲਿਆਂ ਦੀ ਘਾਟ ਨਹੀਂ ਆ, ਇੱਥੇ ਜ਼ਰਰੇ ਜ਼ਰਰੇ ਦੇ ਵਿੱਚ ਦੇਸ਼ ਭਗਤੀ ਵਿਛੀ ਹੋਈ ਆ। ਇਹ ਭਾਰਤ ਪ੍ਰਦੇਸ਼ ਦੀ ਮਿੱਟੀ ਐਸੀ ਆ ਕਿ ਇੱਥੇ ਆਦਿ ਕਾਲ ਤੋਂ ਲੈ ਕੇ ਹੁਣ ਤੱਕ ਜੰਗਾਂ ਯੁੱਧਾਂ ਚੱਲਦੀਆਂ ਰਹੀਆਂ ਤੇ ਛੋਟੇ ਮੋਟੇ ਕੰਮਕਾਰ ਤਾਂ ਇੱਥੇ ਲਗਾਤਾਰ ਚੱਲਦੇ ਰਹਿੰਦੇ ਆ, ਆਪਸ ਦੇ ਵਿੱਚ ਖਹਿਬਾਜੀ। ਤੇ ਮੇਰੀ ਬੇਨਤੀ ਆ ਭਾਜਪਾ ਸਰਕਾਰ ਨੂੰ ਕਿ ਆਪਾਂ ਇੱਕ ਸਰਜੀਕਲ ਸਟ੍ਰਾਈਕ ਵਿਖਾਈ ਸੀਗੀ, ਜਿਹਦੇ ਹੀ ਭਾਵੇਂ ਆਪਾਂ ਰੁੱਖ ਸੁੱਟਿਆ, ਭਾਵੇਂ ਉਹਨਾਂ ਦੇ ਬੰਦੇ ਮਾਰੇ। ਹੁਣ ਗੱਲ ਚਾਈਨਾ ਵੱਲ ਆਈ ਆ, ਆਪਾਂ ਕਿਹੜੀ ਸਟ੍ਰਾਈਕ ਕਰਾਂਗੇ ਇੱਥੇ ਜਿਹੜਾ ਸਾਨੂੰ ਜਵਾਬ ਮਿਲੇ? ਸਾਡੇ ਵੀ ਮਨਾਂ ਦੇ ਵਿੱਚ ਆ ਗਿਆ, ਸਾਡੇ ਵੀ ਵੀਰ ਸ਼ਹੀਦ ਹੋਏ ਨੇ, ਸਾਡੇ ਵੀ ਜਿਹੜੇ ਹੈਗੇ ਨੇ ਸ਼ਹਾਦਤ ਦਾ ਜਾਮ ਪੀ ਗਏ ਨੇ। ਸਾਨੂੰ ਵੀ ਕੋਈ ਪਤਾ ਲੱਗੇ, ਸਾਡੀਆਂ ਸਰਕਾਰਾਂ ਸਾਡੇ ਸਿਰ ਤੇ ਬੈਠੀਆਂ ਨੇ। ਸਾਡਾ ਪ੍ਰਧਾਨ ਮੰਤਰੀ ਜਿਹਨੇ ਹਰ ਦੇਸ਼ ਦਾ ਦੌਰਾ ਕੀਤਾ, ਉਹ ਕੋ ਪਤਾ ਤਾਂ ਲੱਗੇ ਵਿਦੇਸ਼ ਨੀਤੀ ਦੀ ਕਿਹੋ ਜਿਹੀ ਆ। ਜਿਹੜਾ ਇੱਕ ਸਾਡਾ ਸਫੀਰ, ਇੱਕ ਮੰਤਰੀ ਜਿਹੜਾ ਵਿਦੇਸ਼ ਮੰਤਰੀ ਹੁੰਦਾ, ਉਹਦੀ ਜਗ੍ਹਾ ਤੇ ਪ੍ਰਧਾਨ ਮੰਤਰੀ ਨੇ ਚੱਕਰ ਕੱਢੇ ਨੇ, ਤੇ ਉਹ ਕਿੰਨਾ ਕੁ ਰੰਗ ਵਿਖਾਉਂਦਾ ਵਾ। ਹਾਂ, ਇੰਨਾ ਜ਼ਰੂਰ ਹੈ ਟਰੰਪ ਨੇ ਕਿਹਾ ਵਾ ਵੀ ਅਸੀਂ ਇਹਦੇ ਤੇ ਲਗਾਤਾਰ ਨਜ਼ਰ ਬਣਾਈ ਰੱਖੀ ਆ। ਸਾਨੂੰ ਕੋਈ ਧਮਕੀ ਦਿੰਦਾ ਵਾ ਕਿ ਸਾਡੇ ਕੋਲ ਪਰਮਾਣੂ ਹੈਗਾ, ਤੇ ਉਹਨਾਂ ਨੂੰ ਇੰਨਾ ਪਤਾ ਹੋਣਾ ਚਾਹੀਦਾ ਵੀ ਇਧਰਲੇ ਪਾਸੇ ਅਸੀਂ ਕਾਨੇ ਵਾਲੀਆਂ ਹਵਾਈਆਂ ਨਹੀਂ ਗੱਡੀ ਖੜੇ, ਪਰਮਾਣੂ ਇੱਧਰ ਵੀ ਬਣਾਏ ਹੋਏ ਆ ਇੰਡੀਆ ਨੇ। ਨਿੱਕੂ ਧੂਪਰ ਜੀ ਸਤਿ ਸ੍ਰੀ ਅਕਾਲ ਜੀ ਬਾਈ ਜੀ। ਮੈਨੂੰ ਇਹਨਾਂ ਸਾਰੀਆਂ ਗੱਲਾਂ ਤੇ ਰਾਂਝਿਆ, ਇਹ ਸਾਰੀਆਂ ਗੱਲਾਂ ਦੇ ਜਵਾਬ ਚਾਹੀਦੇ ਨੇ। ਬਲਜੀਤ ਸਿੰਘ ਢਿੱਲੋਂ ਵੀਰ, ਬਲਵੀਰ ਸਿੰਘ ਜੀ ਸਤਿ ਸ੍ਰੀ ਅਕਾਲ ਜੀ, ਖੱਖ ਭਾਈ ਸਤਿ ਸ੍ਰੀ ਅਕਾਲ ਜੀ। ਆ ਜਿਹੜੀਆਂ ਗੱਲਾਂ ਨੇ ਨਾ, ਇਹ ਗੱਲਾਂ ਸਿਰਫ ਇਸ ਕਰਕੇ ਕਰਦੇ ਆ ਦੋਸਤੋ ਕਿਉਂਕਿ ਅਸੀਂ ਵੀ ਤਪਦੇ ਆ। ਜਦੋਂ ਕੋਈ ਸਾਡਾ ਸੈਨਿਕ ਮਾਰਿਆ ਜਾਂਦਾ, ਦਿਲ ਸਾਡੇ ਦੇ ਵਿੱਚ ਵੀ ਰੋਸ਼ ਆਉਂਦਾ, ਸਾਨੂੰ ਵੀ ਗੁੱਸਾ ਚੜਦਾ। ਅਸੀਂ ਵੀ ਕਹਿੰਦੇ ਆ ਕਿ ਯਾਰ ਕਾਸ਼ ਅਸੀਂ ਉਹਦੀ ਜਗ੍ਹਾ ਉੱਥੇ ਹੁੰਦੇ, ਅਸੀਂ ਵੀ ਉੱਥੇ ਬਲਿਦਾਨ ਦੇ ਦਿੰਦੇ। ਸਾਡੀ ਮਿੱਟੀ ਦੇ ਵਿੱਚ ਆ, ਸਾਡੇ ਖੂਨ ਦੇ ਵਿੱਚ ਆ, ਸਾਡੇ ਜਜ਼ਬੇ ਦੇ ਵਿੱਚ ਆ, ਸਾਡੀ ਕੌਮ ਦੇ ਤਬਕੇ ਦੇ ਵਿੱਚ ਆ, ਹਰ ਇੱਕ ਤੁਪਕੇ ਦੇ ਵਿੱਚ ਵਸਿਆ ਹੋਇਆ ਵਾ ਬਲੀਦਾਨ। ਇਸ ਚੀਜ਼ ਤੋਂ ਪਿੱਛੇ ਨਹੀਂ ਹਟਦੇ। ਪਰ ਰਾਜਨੇਤਾਵਾਂ ਦੀ ਗੰਦੀ ਰਾਜਨੀਤੀ ਔਰ ਉਹਦੇ ਤੋਂ ਬਾਅਦ ਜਿਹੜੇ ਮੀਡੀਆ ਵਾਲੇ ਬਿਆਨ ਦਿੰਦੇ ਪਏ ਨੇ, ਜਿਹੜੀਆਂ ਕਈ ਖਬਰਾਂ ਚੱਲਦੀਆਂ ਪਈਆਂ ਕਿ ਉਹ ਸ਼ਹੀਦਾਂ ਦੇ ਪਰਿਵਾਰ ਪੜਨਗੇ, ਉਹਨਾਂ ਦੇ ਮਨਾਂ ਨੂੰ ਦੁੱਖ ਨਹੀਂ ਹੋਏਗਾ। ਬਿੱਟੂ ਅਰਸ਼ਦੀਪ ਮਲਤਾਨੀ ਵੀਰ ਸਤਿ ਸ੍ਰੀ ਅਕਾਲ ਜੀ, ਰਾਜ ਸੰਧੂ ਬਾਈ ਜੀ ਸਤਿ ਸ੍ਰੀ ਅਕਾਲ। ਆਖੇ ਜੀ ਡੰਡੇ ਸੀ, ਡੰਡਿਆਂ ਦੇ ਉੱਤੇ ਕੰਡਿਆਲੀਆਂ ਤਾਰਾਂ ਲਪੇਟੀਆਂ ਸੀ, ਉਹ ਫੜ ਫੜ ਕੇ ਮਾਰਦੇ ਸੀ, ਘੜੀਸਿਆ ਗਿਆ, ਇਹ ਕੀਤਾ ਉਹ ਕੀਤਾ। ਫਿੱਟੇ ਮੂੰਹ ਤੁਹਾਡੇ, ਤੁਸੀਂ ਮੀਡੀਆ ਜੇ ਕਿ ਆਪਣਾ ਜੇ ਕਿ ਉਹਨਾਂ ਦਾ। ਕੁਲਦੀਪ ਖਰੋਦ ਭਾਈ ਸਤਿ ਸ੍ਰੀ ਅਕਾਲ ਜੀ। ਦੋਸਤੋ ਕਿਸੇ ਵੀ ਚੀਜ਼ ਨੂੰ ਬਿਆਨ ਕਰਨ ਦਾ ਇੱਕ ਤਰੀਕਾ ਹੋਣਾ ਚਾਹੀਦਾ ਵਾ। ਸ਼ਹਾਦਤਾਂ ਜਿਹੜੇ ਪਾ ਗਏ ਨੇ ਵੀਰ, ਉਹਨਾਂ ਦੀ ਸ਼ਹਾਦਤ ਨੂੰ ਸਜਦਾ ਕਰਦੇ ਆ ਤੇ ਨਾਲ ਹੀ ਲਾਹਣਤਾਂ ਪਾਉਂਦੇ ਆ ਉਸ ਮੀਡੀਆ ਨੂੰ, ਉਸ ਢੋਂਗੀ ਮੀਡੀਆ ਨੂੰ ਜਿਹੜਾ ਇਸ ਤਰ੍ਹਾਂ ਲਿਆ ਰਿਹਾ ਕਿ ਖਬਰਾਂ ਪ੍ਰਦਰਸ਼ਿਤ ਕਰਨ ਡਿਆ, ਚਾਹੇ ਉਹ ਫੇਸਬੁੱਕ ਤੇ ਹੋਣ, ਚਾਹੇ ਟਵਿੱਟਰ ਤੇ ਹੋਣ, ਚਾਹੇ ਕਿਸੇ TV ਚੈਨਲ ਤੇ ਹੋਣ। ਉਹਦਾ ਤਾਂ ਉਸੇ ਵੇਲੇ ਬਲੌਕ ਸਿਸਟਮ ਹੋਣਾ ਚਾਹੀਦਾ ਵਾ ਆਪਣਾ, ਤਾਂ ਕਿ ਉਹਨਾਂ ਲੋਕਾਂ ਨੂੰ
ਪਤਾ ਲੱਗ ਸਕੇ ਕਿ ਇਸ ਤਰ੍ਹਾਂ ਦੀਆਂ ਖਬਰਾਂ ਛਾਪਣ ਵਾਲਿਆਂ ਦਾ ਬਾਈਕਾਟ ਹੁੰਦਾ। ਇੰਨਾ ਕੁਝ ਵੇਖ ਸੁਣ ਕੇ ਤੇ ਆਪਣੇ ਸੀਨੇ ਅੱਗ ਲੱਗ ਜਾਂਦੀ ਆ। ਆਹ ਨੇਤਾ ਲੋਕ ਹੈ, ਇਹਨਾਂ ਨੇ ਬਸ ਕੜੀ ਨਿੰਦਾ ਕਰਨੀ ਆ, ਬਹੁਤ ਮਾੜਾ ਕੀਤਾ ਹੈ ਕਹਿ ਦੇਣਾ। ਬਲਜੀਤ ਸਿੰਘ ਢਿੱਲੋਂ ਜੀ ਸਤਿ ਸ੍ਰੀ ਅਕਾਲ ਜੀ, ਜਨਮ ਦਿਨ ਮੁਬਾਰਕ ਹੋਵੇ ਨਾਲੇ ਬਾਬਿਓ। ਅੱਜ ਆਪਾਂ ਗੱਲ ਕਰਦੇ ਪਏ ਆ। 2 ਦਿਨ ਤਾਂ ਇਹਨਾਂ ਨੇ ਇਹੋ ਹੀ ਕਲੀਅਰ ਨਹੀਂ ਕੀਤਾ ਕਿ ਕਿੰਨੇ ਹੈਗੇ ਸੀ ਆਪਣੇ ਫੌਜੀ। ਸੁਖਵਿੰਦਰ ਸਿੰਘ ਸੁਖੀ ਭਾਈ ਸਤਿ ਸ੍ਰੀ ਅਕਾਲ ਜੀ। ਇਹਨਾਂ ਨੇ ਇਹੋ ਹੀ ਕਲੀਅਰ ਨਹੀਂ ਕੀਤਾ ਕਿ ਸਾਡੇ ਫੌਜੀ ਕਿੰਨੇ ਸੀ। ਪਹਿਲਾਂ ਇਹ ਕਹਿੰਦੇ ਰਹੇ ਕਿ ਇੱਕ ਕਰਨਲ ਰੈਂਕ ਦਾ ਸੀਗਾ, ਇੱਕ ਨਾਲਾ ਸੀ, ਇੱਕ ਉਹ ਹੀ 3 ਜਾਣੇ ਸੀ। ਮਗਰੋਂ ਇਹਨਾਂ ਨੇ 7-8 ਕਰਤੇ, ਫਿਰ ਇਹਨਾਂ ਨੇ 20 ਕਰ ਦਿੱਤੇ। ਹੁਣ ਇੱਕ ਖਬਰ ਪੜ੍ਹਨ ਆ ਉਹਦੇ ਵਿੱਚ 23 ਕਰ ਦਿੱਤੇ। ਇੱਕ ਉਧਰ ਦਾ ਜਿਹੜਾ ਮੀਡੀਆ ਵਾ ਉਹ 75 ਦੀ ਕਹੀ ਜਾਂਦਾ ਗੱਲ ਕਿ ਅਸੀਂ ਉਹਨਾਂ ਨੂੰ ਕਾਬੂ ਕੀਤਾ, ਹਿਰਾਸਤ 'ਚ ਲਿਆ ਹੋਇਆ। ਸਾਡੀ ਸਰਹੱਦ 'ਚ ਆਣ ਕੇ ਸਾਡੇ ਟੈਂਟ ਅਖਾੜ ਕੇ ਕੋਈ ਕਿਵੇਂ ਲੈ ਕੇ ਜਾ ਸਕਦਾ? ਕੀ ਹੈ ਕੋਈ ਗੌਰਮੈਂਟ ਦੀ ਧਾਂਦਲੀ ਹੈ ਜਿਹੜੀ ਇਸ ਗੱਲਾਂ ਨੂੰ ਅਗਲੇ ਬੰਨੇ ਲਿਆ ਕੇ ਤੇ ਸਿੱਧੀਆਂ ਨਹੀਂ ਰੱਖ ਸਕਦੀ? ਕਿ ਇੰਨੇ ਹੀ ਨਿਕੰਮੇ ਆ ਕਿ ਇਹਨਾਂ ਦੇ ਕੋਲੋਂ ਕੋਈ ਡਰਦਾ ਹੀ ਨਹੀਂ ਪਿਆ। ਇਹ ਭਾਜਪਾ ਦੀ ਸਰਕਾਰ ਹੈ। ਇਹ ਸਰਕਾਰ ਨੇ ਸਾਨੂੰ ਦਿੱਤਾ ਕੀ ਆ? ਸਭ ਤੋਂ ਪਹਿਲਾਂ ਤਾਂ ਇਹਨਾਂ ਨੇ ਦੇਸ਼ ਵਾਸੀਆਂ ਨੂੰ ਅੰਨ ਦੇਣ ਦੀ ਥਾਂ ਤੇ ਕਿਹਾ ਵੀ ਥਾਲੀਆਂ ਖੜਕਟਾਓ, ਜ਼ੋਰ ਦੀ ਥਾਲੀਆਂ ਵਜਾਓ, ਤਾੜੀਆਂ ਮਾਰੋ, ਕਰੋਨਾ ਗੋ ਕਰੋ। ਉਹ ਤੋਂ ਬਾਅਦ ਸਾਡੇ ਮੁੱਖ ਮੰਤਰੀ ਸਾਹਿਬ ਨੇ ਕਿਹਾ ਜਕਾਰੇ ਲਾਓ। ਮੰਨਦੇ ਆ ਇਹ ਗੱਲ ਕਿਤੇ ਨਾ ਕਿਤੇ ਮਨ ਨੂੰ ਸਮਝਾਉਣ ਵਾਲੀ ਹੁੰਦੀ ਆ ਕਿ ਆਪਣੇ ਆਪ ਨੂੰ ਮਜ਼ਬੂਤ ਰੱਖੋ, ਆਪਣੇ ਆਪ ਨੂੰ ਦ੍ਰਿੜ ਕਰੋ। ਪਰ ਉਹਦੇ ਵਿੱਚ ਆਪਾਂ ਲੋਕਾਂ ਨੇ ਕੀ ਕੀਤਾ? ਗੋ ਕਰੋਨਾ ਬਾਜ਼ਾਰਾਂ ਦੇ ਵਿੱਚ ਜਾ ਕੇ ਥਾਲੀਆਂ ਖਟਖਟਾਉਣ ਦੇ। ਇਹ ਸਾਡੇ ਪ੍ਰਧਾਨ ਮੰਤਰੀ ਸਾਹਿਬ ਸਾਵੰਤ ਸਿੰਘ ਜੀ ਸਤਿ ਸ੍ਰੀ ਅਕਾਲ ਜੀ। ਕੋਈ ਇੱਥੇ ਆਪਾਂ 88 ਜਾਣੇ 90 ਜਾਣੇ ਜੁੜੇ, ਕੋਈ ਜਾਣਾ ਦੱਸੋ ਸਾਡਾ ਵਿਦੇਸ਼ ਮੰਤਰੀ ਕਿਹੜਾ ਵਾ? ਮਨਜੀਤ ਸਿੰਘ ਘੁਣੀਆ ਜੀ ਸਤਿ ਸ੍ਰੀ ਅਕਾਲ ਜੀ। ਵਿਦੇਸ਼ ਮੰਤਰੀ ਦਾ ਇੱਕ ਅਹੁਦਾ ਹੁੰਦਾ ਵਾ। ਵਿਦੇਸ਼ ਮੰਤਰੀ ਵਿਦੇਸ਼ੀ ਨੀਤੀਆਂ ਤੈਅ ਕਰਦਾ ਵਾ, ਵਿਦੇਸ਼ਾਂ ਦੇ ਵਿੱਚ ਜਾਂਦਾ ਵਾ, ਆਪਣੀ ਗੱਲਬਾਤ ਪਰਪੱਕ ਕਰਦਾ ਵਾ, ਸਮਝੌਤੇ ਕਰਦਾ ਵਾ। ਇੱਥੇ ਆਲ ਰਾਊਂਡਰ ਭਾਜਪਾ ਨਹੀਂ, ਇੱਥੇ ਆਲ ਰਾਊਂਡਰ ਬਣਾਇਆ ਗਿਆ ਮੋਦੀ ਨੂੰ। ਤੇ ਸਿੱਧੀ ਜੀ ਗੱਲ ਆ, ਜਦੋਂ ਫਿਰ ਹੁਣ ਝਗੜੇ ਦੀ ਗੱਲ ਵੀ ਆਊਗੀ ਤਾਂ ਉੱਥੇ ਤਾਂ 56 ਇੰਚ ਕੀ ਛਾਤੀ ਮੋਦੀ ਦੀ ਚੱਲੇਗੀ, ਕਿਸੇ ਹੋਰ ਦੀ ਤਾਂ ਚੱਲਣੀ ਨਹੀਂ ਆ। ਜਿਨ੍ਹਾਂ ਦੇ ਪਰਿਵਾਰਾਂ ਦੇ ਵਿੱਚੋਂ ਨੌਜਵਾਨ ਲੜਕੇ ਗਏ ਨੇ, ਕੋਈ 23 ਸਾਲਾਂ ਦਾ, ਕੋਈ 24 ਸਾਲਾਂ ਦਾ, ਇਸ ਤਰ੍ਹਾਂ ਲੱਗਦਾ ਸਾਰੇ 2-2 3-3 ਸਾਲ ਦੀ ਮਿਲਟਰੀ ਟ੍ਰੇਨਿੰਗ ਵਾਲੇ ਸੀ। ਕੋਈ ਉਹਨਾਂ ਦੇ ਵਿੱਚੋਂ ਜ਼ਿਆਦਾ ਪ੍ਰੈਕਟਿਸ ਵਾਲਾ ਨਹੀਂ ਸੀ। ਜੇ ਉੱਥੇ ਜਾ ਕੇ ਸ਼ਹਾਦਤਾਂ ਉਹਨਾਂ ਨੇ ਪਾ ਲਈਆਂ ਨੇ ਤੇ ਅੱਜ ਸ਼ਹਾਦਤਾਂ ਨੂੰ 4 ਦਿਨ ਹੋ ਗਏ ਨੇ ਤੇ ਆਪਾਂ ਅਮਰੀਕਾ ਦੇ ਪਿੱਛੇ ਲੱਗੇ ਫਿਰਦੇ ਆ, ਅਮਰੀਕਾ ਦੇ ਨਾਲ ਯਾਰੀਆਂ ਗੰਢਣ ਡਏ ਆ, ਜਦ ਕਿ ਆਪਣੀਆਂ ਯਾਰੀਆਂ ਰਸ਼ੀਆ ਦੇ ਨਾਲ ਬੜੀ ਦੇਰ ਤੋਂ ਮੱਕੂ ਠੱਪਦਾ ਆ ਉਹਨਾਂ ਲੋਕਾਂ ਦਾ ਜਿਹੜੇ ਭਾਰਤ ਵੱਲ ਮਾੜੀ ਨਿਗਾਹ ਨਾਲ ਵੇਂਦੇ ਰਹੇ ਨੇ। ਰਮਨ ਕੰਬੋਜ ਕਹਿੰਦੇ ਭਾਜੀ ਮੋਦੀ ਚੋਰ ਹੈ, ਬੇੜਾ ਗਰਕ ਕਰਤਾ ਚਾਹ ਵਾਲੇ ਨੇ। ਬਸ ਇੱਕ ਗੱਲ ਜਿਹੜੀ ਮੈਨੂੰ ਚੰਗੀ ਲੱਗੀ ਆ ਨਾ, ਉਹ ਆਹ ਲੱਗੀ ਆ ਕਿ ਜਿਹੜਾ ਕੈਪਟਨ ਅਮਰਿੰਦਰ ਸਿੰਘ ਨੇ ਬਿਆਨ ਦਿੱਤਾ ਕਿ ਇੱਟ ਦਾ ਜਵਾਬ ਪੱਥਰ ਨਾ ਦੇਣਾ ਚਾਹੀਦਾ। ਹੁਣ ਪਿੱਛੇ ਹਟਣ ਦਾ ਵੇਲਾ ਨਹੀਂ ਆ। ਆਸਾਰਾਮ ਬਾਪੂ ਜਨਾਨੀਆਂ ਦਾ ਬਲਾਤਕਾਰੀ ਪੋਤਾ ਦੇਸ਼ ਪ੍ਰਧਾਨ ਮੰਤਰੀ ਦੇਸ਼ ਬਲਾਤਕਾਰੀ ਗੱਲ 100 ਸੱਚ ਹੈ ਜੀ। ਜਗਜੀਤ ਸਿੰਘ ਜੀ, ਮਨਜੀਤ ਸਿੰਘ, ਮਨਮੀਤ ਸਿੰਘ ਬਾਈ ਜੀ ਸਤਿ ਸ੍ਰੀ ਅਕਾਲ ਜੀ। ਇੱਥੇ ਸ਼ਹਾਦਤਾਂ ਦੀ ਜਦੋਂ ਗੱਲ ਚੱਲਦੀ ਆ ਨਾ, ਮੇਰੇ ਪੰਜਾਬੀ ਵੀਰ ਬੜੇ ਹੁੱਬ ਕੇ ਪੋਸਟਾਂ ਪਾਉਂਦੇ ਨੇ ਕਿ ਸਭ ਤੋਂ ਵੱਧ ਬਲੀਦਾਨ ਪੰਜਾਬੀਆਂ ਨੇ ਦਿੱਤਾ ਵਾ ਦੇਸ਼ ਵਾਸਤੇ, ਤੇ ਖੁਸ਼ੀ ਹੁੰਦੀ ਮਨ ਨੂੰ ਕਿ ਅਸੀਂ ਸਭ ਤੋਂ ਵੱਧ ਬਲੀਦਾਨ ਦਿੰਦੇ ਆਏ ਹਾਂ। ਤੇ ਇੱਥੇ ਜਿਹੜੀਆਂ ਸ਼ਹਾਦਤਾਂ ਹੋਈਆਂ ਉਹਦੇ ਵਿੱਚ ਵੀ ਪੰਜਾਬ ਦੇ 4 ਸੂਰਮੇ ਸੀਗੇ। ਤੇ ਗੱਲ ਵੀਰ ਗਤੀ ਨੂੰ ਪ੍ਰਾਪਤ ਹੋਣ ਦੀ ਜਾਂ ਸ਼ਹਾਦਤ ਦੀ ਨਹੀਂ ਆ, ਗੱਲ ਹੈਗੀ ਉਹਦਾ ਜਵਾਬ ਲੈਣ ਦੀ। ਆਪਾਂ ਕਿਹਾ ਸੀ ਆਪਣੇ ਦੇਸ਼ ਦੇ ਜਵਾਨ ਦਾ ਸਿਰ ਲਾ ਕੇ ਲੈ ਗਏ, ਅਸੀਂ ਇੱਕ ਦੇ ਬਦਲੇ 10 ਸਿਰ ਲੈ ਕੇ ਆਵਾਂਗੇ। ਮੈਂ ਉਹਨਾਂ ਵੀ ਹੁਣ ਆਪਣੇ 20 ਜਾਂ 22 ਜਾਂ 23 ਸ਼ਹੀਦ ਹੁੰਦੇ ਆ ਤੇ ਸਾਨੂੰ 460 ਉਹਨਾਂ ਦੇ ਚਾਹੀਦੇ ਨੇ। ਦਸ ਗੁਣਾ ਕਿਉਂ, 20 ਗੁਣਾ ਬਦਲਾ ਕਿਉਂ ਨਹੀਂ ਲੈਂਦੇ? ਗੱਲ ਹੈਗੀ ਆ ਕਿ ਸਾਡੀ ਵਿਦੇਸ਼ ਨੀਤੀ ਹੀ ਕਮਜ਼ੋਰ ਆ। ਅਸੀਂ ਵਿਦੇਸ਼ ਨੀਤੀ ਦੇ ਵਿੱਚੋਂ ਇਹ ਕੁਝ ਖੱਟਿਆ ਵਾ ਕਿ ਹਮਲਾ ਹੋਏ ਨੂੰ 3 ਦਿਨ ਹੋ ਗਏ ਨੇ ਤੇ 3 ਦਿਨਾਂ ਦੇ ਵਿੱਚ ਦੇਸ਼ਾਂ ਦੇ ਸਿਰਫ ਬਿਆਨ ਹੀ ਆਉਣ ਡਿਆ। ਕਿਸੇ ਨੇ ਆਣ ਕੇ ਧੌਣ ਤੇ ਗੋਡਾ ਨਹੀਂ ਰੱਖਿਆ ਚਾਈਨਾ ਦੇ ਉੱਤੇ ਕਿ ਤੂੰ ਇੰਨੀ ਗੱਲ ਕਿਵੇਂ ਕਰ ਗਿਆ। ਜੋ ਕਹਿੰਦੇ ਨੇ ਕਿ ਸਾਡੇ ਕੋਲ ਇਹਨਾਂ ਦੇ ਸੈਨਿਕ ਬੰਧਕ ਨੇ, ਤੇ ਕਿਸੇ ਦੇਸ਼ ਨੇ ਇਹ ਕਿਉਂ ਨਹੀਂ ਕਿਹਾ ਕਿ ਭਾਈ ਤੁਸੀਂ ਇਹਨਾਂ ਦੇ ਸੈਨਿਕ ਜਿਹੜੇ ਬੰਧਕ ਬਣਾਏ ਨੇ ਕਿਹੜੀ ਗੱਲੋਂ ਬਣਾਏ ਨੇ? ਆਏ ਤੇ ਉਹ ਸਾਡੀ ਸਰਹੱਦ ਦੇ ਵਿੱਚ ਆ ਨਾ, ਸਾਡੇ ਫੌਜੀਆਂ ਨੂੰ ਲੈ ਬਾਰਡਰਾਂ ਤੇ ਕੀ ਹੁੰਦਾ ਵਾ ਸਾਨੂੰ ਤਾਂ ਪੂਰਾ ਪਤਾ ਹੀ ਨਹੀਂ ਲੱਗਦਾ, ਕਿਉਂਕਿ ਦੇਸ਼ ਦਾ ਮੀਡੀਆ ਚਾਹ ਬਣਾਉਣ ਦੀ ਗੱਲ ਕਰਦਾ, ਦੇਸ਼ ਦਾ ਮੀਡੀਆ ਗੱਲ ਕਰਦਾ ਵਾ ਕਰੋਨਾ ਵਾਲੇ ਬਾਬੇ ਦੀ,
ਦੇਸ਼ ਦਾ ਮੀਡੀਆ ਦੱਸਦਾ ਵਾ ਕਿ ਮੰਦਿਰ ਕਿੱਥੇ ਬਣ ਗਿਆ, ਮਸਜਿਦ ਕਿੱਥੇ ਬਣਨੀ ਆ। ਦੇਸ਼ ਦਾ ਮੀਡੀਆ ਦੱਸਦਾ ਵਾ ਕਿ ਗੁਰਦੁਆਰਾ ਕਿੱਥੇ ਢਾਤਾ, ਚਰਚ ਨਵਾਂ ਕਿੱਥੇ ਬਣਨਾ ਵਾ, ਕਿਹੜਾ ਨਵਾਂ ਬਾਬਾ ਮਾਰਕੀਟ 'ਚ ਆ ਗਿਆ, ਉਹ ਕਿੱਥੇ ਕੀ ਕਰਨਾ ਵਾ। ਸਾਨੂੰ ਵੀ ਗੱਲਾਂ ਦੇ ਵਿੱਚੋਂ ਸਵਾਦ ਚਾਹੀਦਾ, ਪਰ ਅਸੀਂ ਲੋਕ ਇਹ ਗੱਲ ਭੁੱਲ ਜਾਂਦੇ ਆ ਕਿ ਜਿੱਥੇ ਦੇਸ਼ ਦੀ ਗੱਲ ਆਉਂਦੀ ਆ, ਸਾਡੇ ਆਪਣੇ ਪੰਜਾਬੀ ਸੂਬੇ ਦੇ ਵੱਧ ਅਧਿਕਾਰਾਂ ਦੀਆਂ ਮੰਗਾਂ ਸਾਡੀਆਂ ਲੱਖ ਹੋਣ, ਪਰ ਜਦੋਂ ਕੋਈ ਸਾਡੇ ਦੇਸ਼ ਵੱਲ ਉਂਗਲ ਕਰੇਗਾ ਅਸੀਂ ਉਹਦੀਆਂ ਅੱਖਾਂ ਨਾਲ ਕੱਢ ਕੇ ਬਾਹਰ ਰੱਖ ਦੇਵਾਂਗੇ, ਕਿਉਂਕਿ ਪੰਜਾਬ ਉਸੇ ਦੇਸ਼ ਦੇ ਵਿੱਚ ਆ। ਜੇ ਦੇਸ਼ ਤੇ ਹਮਲਾ ਹੁੰਦਾ ਪੰਜਾਬ ਤੇ ਨਾਲ ਹੋਣਾ। ਪੰਜਾਬ ਦੀ ਫੌਜ ਵੀ ਵਿੱਚ ਜਾਣੀ ਆ, ਵਿੱਚ ਰਾਜਸਥਾਨ ਦੀ ਵੀ ਜਾਣੀ ਆ, ਆਲ ਓਵਰ ਇੰਡੀਆ ਦੀ ਜਾਣੀ ਆ। ਜੇ ਦੇਸ਼ ਭਗਤ ਤਰਸ਼ੂਲ ਲੈ ਕੇ ਚਾਈਨਾ ਬਾਰਡਰ ਤੇ ਦੇਸ਼ ਰੱਖਿਆ ਲਈ ਜਾਂਦੇ ਹਨ, ਚਲੋ ਤਰਸ਼ੂਲ ਦੀ ਗੱਲ ਕਰ ਲੈਨੇ ਕਿ ਤਰਸ਼ੂਲ ਵਾਲੀ ਪਹਾੜੀ ਵੀ ਉਹਨਾਂ ਦੇ ਕਬਜ਼ੇ ਦੇ ਵਿੱਚ ਆ। ਜਦੋਂ ਚਾਈਨਾ ਨੇ ਹਮਲਾ ਕੀਤਾ ਸੀ ਉਦੋਂ ਕਾਫੀ ਸਾਰਾ ਇਲਾਕਾ ਆਪਣਾ ਮੰਨ ਲਿਆ ਸੀਗਾ। ਆਪਾਂ ਉਦੋਂ ਤੋਂ ਲੈ ਕੇ ਹੁਣ ਤੱਕ ਜਿਹੜੇ ਗਲੇਸ਼ੀਅਰ ਨੇ ਉੱਥੋਂ ਤੱਕ ਕਿੱਥੋਂ ਤੱਕ ਆਪਣੀਆਂ ਰੇਲਵੇ ਲਾਈਨਾਂ ਪਹੁੰਚਾਤੀਆਂ ਨੇ, ਕਿੱਥੋਂ ਤੱਕ ਆਪਣੀਆਂ ਸੜਕਾਂ ਪਹੁੰਚਾ ਲਈਆਂ ਨੇ। ਘੱਟ ਤੋਂ ਘੱਟ ਉੱਥੋਂ ਤੱਕ ਤੇ ਸੜਕ ਪਹੁੰਚਾਈ ਹੋਵੇ ਨਾ ਜਿੱਥੋਂ ਤੱਕ ਗਾਂਹ ਹੋਵੇ ਵੀ ਚੱਲ 4-5 ਘੰਟੇ ਦੇ ਵਿੱਚ ਫੌਜੀਆਂ ਨੇ ਉੱਥੇ ਪਹੁੰਚ ਜਾਣਾ। ਕਈ ਬਾਰਡਰਾਂ ਤੇ ਇਹੋ ਜਿਹੇ ਥਾਂ ਨੇ ਜਿੱਥੇ ਹੈਲੀਕਾਪਟਰਾਂ ਨਾਲ ਹੀ ਆਪਾਂ ਜਾਂਦੇ ਹਾਂ ਤੇ ਚਾਈਨਾ ਵਰਗੇ ਅੰਦਰੋਂ ਅੰਦਰ ਹੀ ਸੜਕਾਂ ਬਣਾ ਕੇ ਰੇਲਵੇ ਲਾਈਨਾਂ ਤੱਕ ਪੱਕੀਆਂ ਕਰੀਆਂ ਫਿਰਦੇ ਨੇ। ਆਪਾਂ ਉਧਰਲੇ ਪਾਸੇ ਨੂੰ ਧਿਆਨ ਹੀ ਨਹੀਂ ਦਿੰਦੇ ਕਦੀ। ਸੁਖਵਿੰਦਰ ਸਿੰਘ ਸ਼ਹਿਜ਼ਾਦਾ, ਕੁਲਜੀਤ ਕੌਰ, ਨਵਜੋਤ ਸਿੰਘ ਦੁਸਾਈ ਜੀ, ਸਤਿ ਸ੍ਰੀ ਅਕਾਲ ਜੀ ਬਾਈ ਜੀ। ਸਾਡਾ ਦੇਸ਼ ਹੋਵੇ, ਸਾਡੇ ਦੇਸ਼ ਦੇ ਵਿੱਚ ਅਸੀਂ ਰਹਿਣ ਵਾਲੇ ਹੋਈਏ, ਸਾਨੂੰ ਕੋਈ ਮੂੰਹ ਤੇ ਆਣ ਕੇ ਚਪੇੜ ਮਾਰੇ ਤੇ ਅੱਗੋਂ ਆਣ ਕੇ ਆਨੀਆਂ ਵੀ ਕੱਢੇ ਤੇ ਸਾਡੇ ਕੋਲ ਉਹਦੇ ਮੂੰਹ ਤੇ ਛੱਡੀ ਨਾ ਜਾਵੇ ਇੱਕ ਅੱਧੀ ਤੇ ਫਿੱਟ ਲਾਣ ਤੇ ਸਾਡੇ ਆਪਣੇ ਆਪ ਤੇ। ਅਸੀਂ ਗੱਲਾਂ ਕਰਦੇ ਆ ਕਿ ਸਾਡੇ ਕੋਲ ਪਰਮਾਣੂ ਮਜਾਲਾਂ ਨੇ। ਅੱਗੋਂ ਚਾਈਨਾ ਵੀ ਕਹਿੰਦਾ ਸਾਡੇ ਕੋਲ ਪਰਮਾਣੂ ਬੰਬ ਨੇ। ਤੇਰੇ ਕੋਲ ਪਰਮਾਣੂ ਬੰਬ ਹੈ, ਅਸੀਂ ਕਾਨੇ ਵਾਲੀਆਂ ਹਵਾਈਆਂ ਰੱਖੀਆਂ ਨੇ ਇੱਥੇ। ਅੱਜ ਹਰ ਇੱਕ ਭਾਰਤ ਦੇਸ਼ ਦੇ ਵਾਸੀ ਨੂੰ ਗੁੱਸਾ ਚੜਿਆ ਹੋਇਆ ਇਸ ਗੱਲ ਦੇ ਉੱਤੇ। ਜੇ ਕੋਈ ਸੋਚੇ ਨਾ ਕਿ ਛੋਟੀ ਜੀ ਗੱਲ ਆ, ਜੇ ਛੋਟੀ ਜੀ ਗੱਲ 23 ਫੌਜੀਆਂ ਦੇ ਸ਼ਹੀਦ ਹੋਣ ਦੀ ਆ ਤੇ 100 ਤੋਂ ਵੱਧ ਜ਼ਖਮੀ ਹੋਣ ਦੀ ਆ, ਤਾਂ ਫਿਰ ਇਹਦੇ ਤੋਂ ਵੱਧ ਪਤਾ ਨਹੀਂ ਹੋਰ ਕਿੱਡੀ ਕੁ ਵੱਡੀ ਗੱਲ ਚਾਹੀਦੀ ਆ ਜਿਹਦੇ ਕਰਕੇ ਅਸੀਂ ਕਹੀਏ ਕਿ ਹੁਣ ਸਾਨੂੰ ਕੁੱਦ ਪੈਣਾ ਚਾਹੀਦਾ ਇਸ ਬਲ ਦੇ ਭਾਂਬੜ ਦੇ ਵਿੱਚ। ਕੀ ਸਾਡਾ ਪ੍ਰਧਾਨ ਮੰਤਰੀ ਹੀ ਇਸ ਹਿਸਾਬ ਦਾ ਵਾ ਕਿ ਜਿਹੜਾ ਹਾਲੇ ਤੱਕ ਕੋਈ ਫੈਸਲਾ ਲੈਣ ਲਈ ਤਿਆਰ ਨਹੀਂ ਹੋਇਆ? ਮੀਕਾ ਪੂਨੀ ਭਾਈ ਨੇ ਕਮੈਂਟ ਕੀਤਾ, ਕਹਿੰਦੇ ਹੁਣ ਇੰਡੀਅਨ ਮੀਡੀਆ ਕਿੱਥੇ ਆ? ਸਟੂਡੀਓ ਵਿੱਚੋਂ ਸਰਜੀਕਲ ਸਟ੍ਰਾਈਕ ਕਰਕੇ ਸੈਨਿਕਾਂ ਨੂੰ ਕਿਉਂ ਨਹੀਂ ਲਿਆ ਰਿਹਾ? ਅੰਜਨਾ ਕਸ਼ਯਪ, ਇਹੋ ਤਾਂ ਗੱਲ ਆ ਮੇਨ। ਉਦੋਂ ਸਟੂਡੀਓ ਦੇ ਵਿੱਚ ਬੈਠ ਕੇ ਸਰਜੀਕਲ ਸਟ੍ਰਾਈਕ ਕਰਦੇ ਸੀ ਕਿ ਪਾਕਿਸਤਾਨ ਦੇ ਉੱਤੇ ਸਰਜੀਕਲ ਸਟ੍ਰਾਈਕ ਕਰਤੀ, ਮਿਆਂਮਾਰ ਦੇ ਵਿੱਚ ਸਰਜੀਕਲ ਸਟ੍ਰਾਈਕ ਕਰਤੀ। ਡਾਕਟਰ ਮਨਮੋਹਨ ਸਿੰਘ ਪ੍ਰਧਾਨ ਮੰਤਰੀ ਸੀ ਤੇ ਉਹਦੇ ਹੁੰਦਿਆਂ ਫੌਜ ਨੇ ਦੱਸਿਆ ਕਿ ਪਤਾ ਨਹੀਂ ਕਿੰਨੀ ਵਾਰੀ ਸਰਜੀਕਲ ਸਟ੍ਰਾਈਕ ਹੋਈ, ਕਦੀ ਗੱਲ ਲੀਕ ਹੀ ਨਹੀਂ ਹੋਣ ਦਿੱਤੀ। ਸਾਡੇ ਸਿਆਸਤ ਇੰਨੀ ਕੁ ਭਾਰੀ ਹੋ ਗਈ ਕਿ ਹਰ ਇੱਕ ਚੀਜ਼ ਦੇ ਵਿੱਚੋਂ ਵੋਟਾਂ ਭਾਲਦੇ ਨੇ। ਜਿੰਨੀ ਦੇਰ ਤੱਕ ਹਰ ਇੱਕ ਚੀਜ਼ ਦੇ ਵਿੱਚੋਂ ਵੋਟਾਂ ਮਿਲਦੀਆਂ ਰਹਿਣਗੀਆਂ ਔਰ ਜਿੰਨੀ ਦੇਰ ਤੱਕ ਅਸੀਂ ਲੋਕਾਂ ਨੂੰ ਧਰਮ ਦੇ ਨਾਮ ਦੇ ਉੱਤੇ ਵੰਡਣ ਵਾਲਿਆਂ ਨੂੰ ਵੋਟਾਂ ਪਾਵਾਂਗੇ, ਅਸੀਂ ਲੋਕਾਂ ਨੂੰ ਦੇਸ਼ ਭਗਤੀ ਦੇ ਨਾਅਰੇ ਲਵਾ ਕੇ ਵੋਟਾਂ ਪਵਾਵਾਂਗੇ, ਉਨੀ ਦੇਰ ਤੱਕ ਦੇਸ਼ ਪ੍ਰਗਤੀ ਨਹੀਂ ਕਰ ਸਕਦਾ। ਰਸ਼ੀਆ ਵਰਲਡ ਦੀ ਦੂਜੀ ਸਭ ਤੋਂ ਵੱਡੀ ਪਾਵਰ ਹੋਈ ਫਿਰਦੀ ਮੇਰੇ ਹਿਸਾਬ ਨਾਲ। ਉੱਥੇ ਜਿੰਨੇ ਨਾਸਤਿਕ ਬੰਦੇ ਹੋਣੇ ਕਿਤੇ ਵੀ ਨਹੀਂ ਹੋਣੇ। ਆਪਾਂ ਗੱਲ ਜੇ ਧਰਮ ਨਾਲ ਲਾ ਕੇ ਜੋੜ ਕੇ ਕਰੀਏ, ਜਿਹੜੀ ਚਾਈਨਾ ਦੀ ਗੱਲ ਕਰਦੇ, ਚਾਈਨਾ ਦੇ ਵਿੱਚ ਧਰਮ ਨੂੰ ਮੰਨਣ ਵਾਲੇ ਕਿੰਨੇ ਕੁ ਨੇ? ਇਹੋ ਚਾਈਨਾ ਨੇ ਜਿਹਨੇ ਮੁਸਲਮਾਨਾਂ ਵਾਸਤੇ ਬੁਰੀਆਂ ਗੱਲਾਂ ਬਾਤਾਂ ਲੀਕ ਦਿੱਤੀਆਂ ਸੀ। ਉੱਥੇ ਜਿਹੜੇ ਵਿਚਾਰੇ ਮੁਸਲਮਾਨ ਵੀਰ ਸੀਗੇ ਉਹਨਾਂ ਨੂੰ ਕਹਿੰਦੇ ਤੁਸੀਂ ਡਾਂਸ ਕਰੋ। ਇਹ ਉਹ ਚਾਈਨਾ। ਆਪਾਂ ਕਹਿੰਦੇ ਆ ਕਿ ਇਹਨਾਂ ਦੀਆਂ ਲੜੀਆਂ, ਇਹਨਾਂ ਦਾ ਸੀੜੀਆਂ ਵਗੈਰਾ ਸੁੱਟ ਦਈਏ। ਅਸੀਂ ਬੁੱਤ ਬਣਾਇਆ ਪਟੇਲ ਵਾਲਾ, ਸਭ ਤੋਂ ਪਹਿਲਾਂ ਅਸੀਂ ਉਹਨੂੰ ਢਾਹ ਕੇ ਆਪਣੇ ਇੰਡੀਆ ਦੇ ਕਾਰੀਗਰਾਂ ਕੋਲੋਂ ਕਿਉਂ ਨਹੀਂ ਇੱਕ ਕਾਰਗਰ ਇੱਕ ਵਧੀਆ ਬੁੱਤ ਬਣਵਾਉਂਦੇ? ਜੇ ਅਸੀਂ ਬੁੱਤ ਹੀ ਤਰਾਸ਼ਣੇ ਨੇ, ਕੀ ਸਾਡੇ ਇੱਥੇ ਦੇਸ਼ ਦੇ ਵਿੱਚ ਪੈਦਾ ਹੋਏ ਨੇ ਉਹ ਲੋਕ ਜਿਨ੍ਹਾਂ ਨੇ ਤਾਜ ਮਹਿਲ ਬਣਾਇਆ, ਉਹਦੇ ਨਾਲੋਂ ਵਧੀਆ ਕਾਰੀਗਰੀ ਕਿਸੇ ਨੇ ਵਰਲਡ ਦੇ ਵਿੱਚ ਕੀਤੀ ਆ? ਕੁਤਬ ਮੀਨਾਰ ਸਾਡੇ ਦੇਸ਼ 'ਚ ਬਣਿਆ, ਕੀ ਗੱਲ ਸਾਡੇ ਇੱਥੇ ਦੇਸ਼ ਦੇ ਵਿੱਚ ਮਿਸਤਰੀ ਨਹੀਂ ਹੈਗੇ? ਗੱਲ ਤਾਂ ਹੈਗੀ ਆ, ਕਿਤੇ ਬਾਹਰ ਕੰਟੈਕਟ ਜਾਊਗਾ, ਮੋਟੀਆਂ ਥਈਆਂ ਜਾਣਗੀਆਂ, ਮੋਟੀਆਂ ਥਈਆਂ ਕਮਿਸ਼ਨ ਦੇ ਵਿੱਚ ਆਉਣਗੀਆਂ। ਜਦੋਂ ਗੱਲ ਚੱਲਦੀ ਰਫੇਲ ਦੀ, ਜਿਹਨੇ 650 ਕਰੋੜ 'ਚ ਖਰੀਦਿਆ ਉਹ ਮਾੜਾ ਸੀ, ਉਹਦੇ ਤੋਂ ਬਾਅਦ 'ਚ 1600 ਕਰੋੜ ਦੇ ਵਿੱਚ ਖਰੀਦਿਆ ਤੇ ਉਹ ਚੰਗਾ ਸੀ। ਉਹਦੇ ਵਿੱਚ ਵੀ ਜੇ ਕੋਈ ਗੱਲ ਕਰਨ ਲੱਗਾ ਤੇ ਦੇਸ਼ ਭਗਤੀ ਦੇ ਜਜ਼ਬੇ ਦੇ ਨਾਲ ਨੱਪ ਦਿਓ। ਹੁਣ ਕਹਿੰਦੇ ਕਿ ਕਾਂਗਰਸ ਵਾਲੇ ਸਵਾਲ ਕਰਦੇ ਨੇ, ਉਹ ਸਵਾਲ ਤਾਂ ਵਿਰੋਧੀ ਧਿਰ ਨੂੰ ਕਰਨਾ ਚਾਹੀਦਾ ਕਿ ਕਿੰਨੇ ਸਾਡੇ ਫੌਜੀ ਸ਼ਹੀਦ ਹੋਏ ਨੇ, ਸਾਨੂੰ ਸਹੀ ਗਿਣਤੀ ਦੱਸੋ। ਤੁਹਾਡੇ ਕੋਲ ਏਡੀ ਵੱਡੀ ਚੂਕ ਕਿਉਂ ਹੋ ਗਈ, ਸਾਨੂੰ ਇਹ ਗੱਲ ਦੱਸੋ। ਇਹ ਵਿਰੋਧੀ ਧਿਰ ਦਾ ਫਰਜ਼ ਬਣਦਾ ਵਾ ਜਾ ਕੇ
ਰੂਲਿੰਗ ਪਾਰਟੀ ਨੂੰ ਪੁੱਛਣਾ। ਜੇ ਕੋਈ ਸਵਾਲ ਨਹੀਂ ਕਰੂਗਾ ਤੇ ਜਵਾਬ ਕੌਣ ਦੇਵੇਗਾ? ਹੁਣ ਤੁਸੀਂ ਜਾਂ ਮੈਂ ਜਾ ਕੇ ਸਿੱਧੇ ਮੋਦੀ ਨੂੰ ਸਵਾਲ ਤਾਂ ਨਹੀਂ ਕਰ ਸਕਦੇ ਕਿ ਹਾਂ ਬਈ ਆਹ ਗੱਲ ਸਾਨੂੰ ਦੱਸ ਦੇ ਕਿ ਇਸ ਤਰ੍ਹਾਂ ਕਿਉਂ ਆ। ਸੋ ਦੋਸਤੋ, ਸਵਾਲ ਕਰਨ ਦੀ ਆਦਤ ਪਾਓ ਜੇ ਇਹਨਾਂ ਕੋਲ ਸਹੀ ਤਰੀਕੇ ਨਾਲ ਆਪਾਂ ਜਵਾਬ ਲੈਣੇ ਨੇ। ਸੋ ਆਹ ਗੱਲਾਂ ਨੇ। ਇੰਨਾ ਟਾਈਮ ਕਿਸੇ ਸ਼ਹੀਦ ਨੂੰ ਸ਼ਰਧਾਂਜਲੀ ਦੇਣ ਲਈ ਕੱਢ ਲੈਣਾ ਸੀ। ਮੋਦੀ ਜੀ ਨੇ ਦਿੱਤੀ ਹੈ ਨਾ 2 ਮਿੰਟ ਲਈ ਸ਼ਰਧਾਂਜਲੀ ਕੱਲ, ਤੇ ਅਸੀਂ ਪਰਸੋਂ ਦੀਆਂ ਸ਼ਰਧਾਂਜਲੀਆਂ ਦੇ ਰਹੇ ਹਾਂ। ਕੱਲੀ ਸ਼ਰਧਾਂਜਲੀ ਨਹੀਂ, ਸਾਨੂੰ ਸ਼ਰਧਾਂਜਲੀ ਦੇ ਨਾਲ ਉਹ ਚੀਜ਼ਾਂ ਵੀ ਚਾਹੀਦੀਆਂ ਨੇ ਜਿਹੜੀਆਂ ਇਸ ਵੇਲੇ ਦੇਸ਼ ਨੂੰ ਲੋੜੀਂਦੀਆਂ ਨੇ। ਸਾਡੇ ਦੇਸ਼ ਦੇ ਸੈਨਿਕਾਂ ਨੂੰ ਵਧੀਆ ਹਥਿਆਰ ਚਾਹੀਦੇ ਨੇ। ਸਾਨੂੰ ਸਾਡੇ ਦੇਸ਼ ਦੇ ਸੈਨਿਕਾਂ ਨੂੰ ਜਿੱਥੋਂ ਤੱਕ ਮਾਰ ਕਰਨ ਵਾਲੀ ਸੜਕ ਹੋਵੇ ਉੱਥੋਂ ਤੱਕ ਦੀਆਂ ਸੜਕਾਂ ਦੀ ਆਵਾਜਾਈ ਚਾਹੀਦੀ ਆ। ਅਸੀਂ ਲੋਕਾਂ ਨੇ ਡਿਸਕਸ ਕੀ ਕੀਤੀ ਆ ਹਾਲੇ ਤੱਕ? ਰਾਜਨੀਤੀ ਜਾਂ ਇਧਰ ਉਧਰ। मोदी जी आंदे भाई बहनों फर्स्ट वोट पुलवामा के शहीदों के नाम देना। दुर्योधन की तरह बिहेव कर रहा मोदी। आ सारियां गल्लां ने। सवाल करने अपने आप नूं शुरू कर दो, जवाब तुहानूं अपने आप मिलने शुरू हो जाणगे। जिन्ने तुसीं सज्जण मित्र हैगे जे सारे अपने आप नूं पुछो कि विदेश मंत्री का की काम हुंदा। जे अपना प्रधानमंत्री इन्ने विदेशी दौरी कर आया, जे उन्हें 40 50 60 70 100 देश घुम्मे ते अपने नाल किन्ने क देश है इस वेले जिहड़े आण के खड़े आ जिन्हां ने निंदा कीती है चीन दे इस हमले दी। उन्हां कंट्रियां दी काउंटिंग करो, जो 1 आ 2 आ 3 जो ਉਂਗਲਾਂ ਦੇ ਪੋਟਿਆਂ ਤੇ ਗਿਣੇ ਜਾ ਸਕਦੀ, ਤਾਂ ਮਤਲਬ ਆਪਣੀ ਵਿਦੇਸ਼ ਨੀਤੀ ਫੇਲ ਸੀ। ਰਫੇਲ ਦੀਆਂ ਫਾਈਲਾਂ ਗੁੰਮ ਹੋ ਗਈਆਂ। ਬਿਲਕੁਲ ਰਫੇਲ ਦੀਆਂ ਫਾਈਲਾਂ ਗੁੰਮ ਹੋ ਗਈਆਂ। ਪੁਰਾਣਾ ਜਿਹੜਾ 600 ਕਰੋੜ ਨੂੰ ਪੈਂਦਾ ਸੀ ਉਹ ਰਫੇਲ ਨਾਲੋਂ ਸ਼ਾਇਦ ਹੈ ਜਿਹੜਾ ਨਵਾਂ ਰਫੇਲ ਮੰਗਾਇਆ ਤੇ ਰੰਗ ਰੋਗਨ ਵਧੀਆ। ਚਲੋ ਫੇਰ ਵੀ ਮਹਿੰਗਾ ਹੀ ਸਹੀ, ਫੌਜ ਦੇ ਹੱਥ ਤੱਕ ਤਾਂ ਪਹੁੰਚੇ। ਸੋ ਦੋਸਤੋ, ਸਵਾਲ ਕਰਨ ਦੀ ਆਦਤ ਪਾਓ। ਮੈਂ ਤਾਂ ਕੈਪਟਨ ਅਮਰਿੰਦਰ ਸਿੰਘ ਦੇ ਬਿਆਨ ਨਾਲ ਬਿਲਕੁਲ ਸਹਿਮਤ ਹਾਂ ਕਿ ਹੁਣ ਚੁੱਪ ਬੈਠਣ ਦਾ ਵੇਲਾ ਨਹੀਂ ਹੈਗਾ, ਕਿਉਂਕਿ ਹਰ ਇੱਕ ਨੂੰ ਦੁੱਖ ਲੱਗਾ। जगजीर लहंगे वाले कहते भाई जी तैयारी तो पाकिस्तान से युद्ध करने की थी, इससे ज़्यादा तो सोचा ही नहीं था। सो दोस्तों, हुण इत्थे ही मैं अपनी बाणी नूं विराम देना ते आपां हुण लाइव बंद करते हैं। सब तो पहलां तां उन्हां देश दे शहीदां दे नाम श्रद्धांजलि जिन्हां ने इस देश वास्ते अपने आप नूं कुर्बान कीता और 47 तो देश आज़ाद होया और उदों तो लैके हुण तक जो भी होया वा, जिन्नियां भी कार्रवाइयां होईयां ने, उन्हां दे विचों ਇਹ ਸਭ ਤੋਂ ਜ਼ਿਆਦਾ ਸ਼ਰਮਨਾਕ ਸੀਗਾ ਕਿ ਇੱਕ ਆਜ਼ਾਦ ਮੁਲਕ ਦੇ ਵਿੱਚ ਦੂਸਰੇ ਦੇਸ਼ ਦੀ ਫੌਜ ਆਉਂਦੀ ਆ। ਇਹਨਾਂ ਦਾ ਮੀਡੀਆ ਆਣ ਕੇ ਦੱਸਦਾ ਕਿ ਡੰਡਿਆਂ ਦੇ ਉੱਤੇ ਕੰਡਿਆਲੀ ਤਾਰ ਬੰਨ੍ਹ ਕੇ ਇੱਕ ਦੂਜੇ ਨੂੰ ਕੁੱਟਦੇ ਪਏ ਸੀ। ਉਹਦੇ ਵਿੱਚ ਸਾਡੀ ਫੌਜ ਦੇ 23 ਜਵਾਨ ਸ਼ਹੀਦ ਹੋ ਜਾਂਦੇ ਆ ਤੇ ਹਾਲੇ ਤੱਕ ਗਿਣਤੀ ਪੂਰੀ ਦੱਸੀ ਨਹੀਂ ਕਿ ਫੱਟੜ ਕਿੰਨੇ ਆ, ਕਿਹੜੇ ਕਿੱਥੇ ਆ, ਕਿਹੜੇ ਹਸਪੀਟਲ ਦੇ ਵਿੱਚ ਕਿਸ ਤਰ੍ਹਾਂ ਵਾ। ਸੋ ਪਰਮਾਤਮਾ ਅੱਗੇ ਅਰਦਾਸ ਕਰਦੇ ਆ ਕਿ ਵਾਹਿਗੁਰੂ ਸਾਡੇ ਦੇਸ਼ ਦੇ ਜਵਾਨਾਂ ਨੂੰ ਚੜ੍ਹਦੀ ਕਲਾ ਦੇ ਵਿੱਚ ਰੱਖੇ ਔਰ ਛੇਤੀ ਅਸੀਂ ਆਪਣੀ ਇਸ ਗੱਲ ਦਾ, ਇਸ ਇਨਸਲਟ ਦਾ ਬਦਲਾ ਲੈ ਸਕੀਏ। ਵਾਹਿਗੁਰੂ ਸਭ ਨੂੰ ਚੜ੍ਹਦੀ ਕਲਾ ਦੇ ਵਿੱਚ ਰੱਖੇ। ਚੰਗਾ ਦੋਸਤੋ, ਸਤਿ ਸ੍ਰੀ ਅਕਾਲ, ਰਾਮ ਰਾਮ, अस्सलाम वालेकुम ਤੇ ਗੁੱਡ ਈਵਨਿੰਗ ਦੋਸਤੋ। ਸਲਾਮ ਵੀ ਕਹੋ, ਰਾਮ ਰਾਮ ਵੀ ਕਹੋ, ਸਤਿ ਸ੍ਰੀ ਅਕਾਲ ਵੀ ਕਹੋ, ਗੁੱਡ ਈਵਨਿੰਗ, ਮਾਰਨਿੰਗ, ਆਫਟਰਨੂਨ ਵੀ ਕਹੋ। ਹਰ ਇੱਕ ਦੇ ਨਾਲ ਪਿਆਰ ਨਾਲ ਰਹੋ। ਇਹਨਾਂ ਨੇਤਾਵਾਂ ਨੇ ਸਾਨੂੰ ਆਪਸ 'ਚ ਲੜਾਉਣ ਦੀ ਗੱਲ ਕਰਨੀ ਆ ਤਾਂ ਕਿ ਸਾਨੂੰ ਲੜਾ ਕੇ ਪਾੜ ਕੇ ਸਾਡੀਆਂ ਵੋਟਾਂ ਬਦਲ ਕੇ ਲਈਆਂ ਜਾ ਸਕਣ। ਜਿੰਨੀ ਦੇਰ ਤੱਕ ਇਹੋ ਜਿਹੇ ਖੁੰਡ ਦੋ ਮੂਈਏ ਸੱਪ ਸਾਡੇ ਕੋਲ ਵੋਟਾਂ ਲੈਣਗੇ, ਅਸੀਂ ਅੱਗੇ ਨਹੀਂ ਜੇ ਵੱਧ ਸਕਦੇ। ਸੋ ਧੰਨਵਾਦ ਸਾਥੀਓ, ਸਤਿ ਸ੍ਰੀ ਅਕਾਲ ਜੀ। ਗੁਰਪਿਆਰਿਓ, ਅੰਤतः ਇੱਕੋ ਹੀ ਗੱਲ ਕਹਿਣੀ ਚਾਹਾਂਗੇ ਕਿ ਹਰ ਕਿਸੇ ਦੇ ਜ਼ਿਹਨ ਦੇ ਵਿੱਚ ਇੱਕੋ ਹੀ ਸਵਾਲ ਆਂਦਾ ਹੈ ਕਿ ਅਗਰ ਖਾਲਸਾ ਰਾਜ ਹੁੰਦਾ ਤਾਂ ਕੀ ਇਹ ਸ਼ਹਾਦਤਾਂ ਹੁੰਦੀਆਂ? ਕਿ ਅਗਰ ਹਰ ਪਾਸੇ ਖਾਲਸੇ ਦਾ ਬੋਲਬਾਲਾ ਹੁੰਦਾ ਤਾਂ ਕੀ ਕੋਈ ਭੁੱਖਾ ਸੌਂਦਾ? ਜਿਸ ਕੌਮ ਨੂੰ ਅਕਸਰ 2% ਕਹਿ ਕੇ ਦਰਕਿਨਾਰ ਕੀਤਾ ਜਾਂਦਾ ਹੈ, ਆਖਿਰ ਕਿਉਂ ਭਾਰਤ ਸਰਕਾਰ ਨੂੰ ਉਹਨਾਂ 2% ਦੀ ਸਿੱਖ ਰੈਜੀਮੈਂਟ ਦੀ ਹੀ ਯਾਦ ਆਉਂਦੀ ਹੈ ਜਦੋਂ ਬਾਰਡਰ ਤੇ ਲੜਾਈ ਲੱਗਦੀ ਹੈ? ਕਿਉਂ ਸ਼ਹਾਦਤਾਂ ਦੇ ਵਿੱਚ ਸਭ ਤੋਂ ਪਹਿਲੀ ਕਤਾਰ 'ਚ ਸਿੰਘਾਂ ਨੂੰ ਖੜਾ ਕੀਤਾ ਜਾਂਦਾ ਹੈ? ਕਿਉਂਕਿ ਉਹ ਬਾਖੂਬ ਜਾਣਦੇ ਨੇ ਕਿ ਅੱਜ ਵੀ ਇੱਕ ਸਿੱਖ 1.25 ਲੱਖ ਦੇ ਬਰਾਬਰ ਹੈ। ਇਸ ਲਈ ਸਰਕਾਰਾਂ ਨੂੰ ਚਾਹੀਦਾ ਹੈ ਕਿ ਸਿੱਖ ਕੌਮ ਨੂੰ ਉਹਨਾਂ ਦਾ ਬਣਦਾ ਮਾਣ ਸਨਮਾਨ ਦਿੱਤਾ ਜਾਵੇ। ਜੋ ਹੱਕ ਸਿੱਖ ਕੌਮ ਦੇ ਹੈ ਨੇ ਉਹ ਉਹਨਾਂ ਨੂੰ ਦਿੱਤੇ ਜਾਣ, ਕਿਉਂਕਿ ਜਿਸ ਤਰੀਕੇ ਇਹ ਆਪਣੀਆਂ ਕੋਝੀਆਂ ਚਾਲਾਂ ਚੱਲ ਕੇ ਸਿੱਖ ਕੌਮ ਨੂੰ, ਸਿੱਖਾਂ ਨੂੰ ਢਾਹ ਲਾਉਣ ਦੀ ਕੋਸ਼ਿਸ਼ ਕਰ ਰਹੇ ਨੇ, ਤਾਂ ਇਹ ਸਰਕਾਰਾਂ ਇਹ ਸਮਝ ਲੈਣ ਕਿ ਆਉਣ ਵਾਲੇ ਕੁਝ ਸਾਲਾਂ ਵਿੱਚ ਜੇਕਰ ਇਹ ਸਿੱਖ ਬਾਰਡਰ ਸਾਂਭਣ ਵਾਸਤੇ ਨਾ ਰਹੇ ਤਾਂ ਸਰਕਾਰਾਂ ਦਾ ਕੀ ਹਾਲ ਹੋਵੇਗਾ। ਫਿਰ ਵੇਖਣਾ ਇਹ ਵੀ ਦਿਲਚਸਪ ਹੋਵੇਗਾ ਕਿ ਜਿਹੜੇ ਵੱਡੀਆਂ ਡੀਂਗਾਂ ਆਖਦੇ ਨੇ ਹੱਥਾਂ 'ਚ ਹਥਿਆਰ ਫੜ ਕੇ, ਨਿੱਕਰਾਂ ਪਾ ਕੇ, ਉਹ ਕਿੰਨਾ ਕੀ ਜਾ ਕੇ ਮੋਰਚਾ ਸਾਂਭਦੇ ਨੇ
ਬਾਰਡਰਾਂ ਤੇ। ਤੁਸੀਂ ਸਭ ਇਸ ਮਸਲੇ ਉੱਤੇ ਕੀ ਸੋਚਦੇ ਹੋ? ਆਪਣੇ ਵਿਚਾਰ ਨੀਚੇ ਕਮੈਂਟਸ ਦੇ ਵਿੱਚ ਜ਼ਰੂਰ ਦੇਣਾ। ਵੀਡੀਓ ਚੰਗੀ ਲੱਗੀ ਹੋਵੇ ਲਾਈਕ ਤੇ ਸ਼ੇਅਰ ਵੀ ਜ਼ਰੂਰ ਕਰਨਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਿੱਖ ਧਰਮ ਦੀ ਹਰ ਗਤੀਵਿਧੀ ਅਤੇ ਗੁਰਬਾਣੀ ਵਾਸਤੇ ਹੁਣੇ ਸਬਸਕ੍ਰਾਈਬ ਕਰੋ ਗੁਰਬਾਣੀ ਅਖੰਡ ਬਾਣੀ ਅਤੇ ਨੋਟੀਫਿਕੇਸ਼ਨਸ ਵਾਸਤੇ ਬੈਲ ਨੂੰ ਰਿੰਗ ਕਰੋ।